ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਸੁਦਤਰਨ ਸਵਾਗਤ ਕਰਦਾ ਹਾਂ ਤੁਹਾਡਾ ਕਲਰਫੁਲ ਪੰਜਾਬ ਚੈਨਲ ਤੇ। ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਜੋ ਇਜ਼ਰਾਈਲ ਤੇ ਹਮਸ ਦੇ ਲੋਕਾਂ ਵਿਚਾਲੇ ਯੁੱਧ ਚੱਲ ਰਿਹਾ ਹੈ ਉਸ ਬਾਰੇ ਗੱਲ ਕਰਾਂਗੇ ਡਿਟੇਲ ਦੇ ਵਿੱਚ। ਤੇ ਹਮਸ ਦੇ ਲੋਕ ਜੋ ਕਿ ਗਾਜ਼ਾ ਸਟ੍ਰਿਪ ਵਿੱਚ ਰਹਿੰਦੇ ਨੇ, ਜਿਸ ਨੂੰ ਇਜ਼ਰਾਈਲ ਵਰਸਸ ਪੈਲਸਟੀਨ ਕਨਫਲਿਕਟ ਵੀ ਕਿਹਾ ਜਾਂਦਾ ਹੈ, ਕੀ ਇਹਨਾਂ ਦਾ ਕਨਫਲਿਕਟ ਐਕਟ ਹੈ, ਇਸ ਵੀਡੀਓ ਵਿੱਚ ਜਾਣਾਂਗੇ ਡਿਟੇਲ ਦੇ ਵਿੱਚ। ਵੈਸੇ ਜੋ ਹੁੰਦਾ ਹੈ ਇਜ਼ਰਾਈਲ ਯਾਨੀ ਕਿ ਯਹੂਦੀਆਂ ਦਾ ਦੇਸ਼ ਹੋਂਦ ਵਿੱਚ ਆਇਆ ਹੈ ਸਨ 1948 ਤੋਂ ਹੀ, ਜਦੋਂ ਲਗਭਗ ਹਿੰਦੁਸਤਾਨ 1947 ਵਿੱਚ ਆਜ਼ਾਦ ਹੁੰਦਾ ਹੈ। 1948 ਵਿੱਚ ਇਹ ਦੇਸ਼ ਆਜ਼ਾਦ ਹੁੰਦਾ ਹੈ। ਉਦੋਂ ਤੋਂ ਹੀ ਫਲਸਤੀਨ ਦੇ ਲੋਕ ਤੇ ਇਹਨਾਂ ਦੇ ਗਵਾਂਢੀ ਮੁਲਕ ਉਦੋਂ ਤੋਂ ਹੀ ਇਹਨਾਂ ਤੇ ਬਹੁਤ ਅਟੈਕ ਕਰਦੇ ਆ ਰਹੇ ਨੇ। ਪਰ ਇਹ ਹਮਸ ਵਾਲਾ ਅਟੈਕ ਬਹੁਤ ਹੀ ਵੱਡੇ ਲੈਵਲ ਦਾ ਅਟੈਕ ਹੈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਰਾਕੇਟ ਬੰਬ, RPG, ਬੰਦੂਕਾਂ ਨਾਲ ਅਟੈਕ ਕੀਤਾ ਗਿਆ ਹੈ, ਜਿਸ ਵਿੱਚ 600 ਤੋਂ ਵੱਧ ਇਜ਼ਰਾਈਲੀ ਲੋਕ ਮਾਰੇ ਜਾ ਚੁੱਕੇ ਨੇ ਤੇ ਬਹੁਤ ਲੋਕ ਜ਼ਖਮੀ ਨੇ ਤੇ ਬਹੁਤ ਲੋਕਾਂ ਨੂੰ ਕਿਡਨੈਪ ਕੀਤਾ ਜਾ ਚੁੱਕਿਆ ਹੈ ਹਮਸ ਦੇ ਲੋਕਾਂ ਦੇ ਦੁਆਰਾ। ਤੇ ਫਿਰ ਜਾਪੀ ਕਰਬੇ ਵਿੱਚ ਇਜ਼ਰਾਈਲ ਵਾਲਿਆਂ ਨੇ ਵੀ ਅਟੈਕ ਕੀਤਾ ਗਾਜ਼ਾ ਸਟ੍ਰਿਪ ਤੇ ਬਹੁਤ ਅਲੱਗ-ਅਲੱਗ ਇਲਾਕਿਆਂ ਵਿੱਚ, ਜਿਸ ਕਾਰਨ ਉਹਨਾਂ ਦੇ ਵੀ ਬਹੁਤ ਲੋਕ ਮਰ ਰਹੇ ਨੇ। ਪਰ ਇਹ ਯੁੱਧ ਫਲਸਤੀਨ ਦੇ ਲੋਕਾਂ ਨੇ ਸ਼ੁਰੂ ਕੀਤਾ ਹੈ, ਯਾਨੀ ਕਿ ਹਮਾਸ ਦੇ ਲੋਕਾਂ ਨੇ ਸ਼ੁਰੂ ਕੀਤਾ ਤੇ ਇਜ਼ਰਾਈਲ ਦੇ PM ਨੇ ਇਸ ਵਾਰ ਦਾ ਐਲਾਨ ਦੇ ਦਿੱਤਾ ਗਿਆ ਹੈ। ਤੇ ਹਾਲਾਂਕਿ ਇਹ ਯੁੱਧ ਵੀ ਬਹੁਤ ਲੰਬਾ ਜਾ ਸਕਦਾ ਹੈ। ਯੂਕਰੇਨ ਤੇ ਰਸ਼ੀਆ ਦਾ ਯੁੱਧ ਗਿਆ ਸੀ, ਪਰ ਉਮੀਦ ਕਰਦੇ ਹਾਂ ਇਹ ਜਲਦ ਹੀ ਸ਼ਾਂਤੀ ਪੀਸਫੁਲ ਸੋਲੂਸ਼ਨ ਵੱਲ ਵਧਣਗੇ ਤਾਂ ਜੋ ਇਨੋਸੈਂਟ ਲੋਕਾਂ ਦਾ ਨੁਕਸਾਨ ਨਾ ਹੋ ਸਕੇ। ਤੇ ਨਹੀਂ ਤਾਂ ਦੋਨੋਂ ਪਾਸੇ ਨੁਕਸਾਨ ਇਨੋਸੈਂਟ ਲੋਕਾਂ ਦਾ ਹੀ ਹੋਵੇਗਾ, ਮਰਨਗੇ ਤਾਂ ਇਨੋਸੈਂਟ ਲੋਕ ਹੀ। ਤੇ ਸੁਭਾਵਿਕ ਤੌਰ ਤੇ ਜਿਸ ਕੋਲ ਜ਼ਿਆਦਾ ਤਾਕਤ ਹੋਵੇਗੀ ਤੇ ਜਿਸ ਤੇ ਸਟਰੋਂਗ ਅਲਾਈ ਹੋਣਗੇ ਉਹੀ ਜਿੱਤੇਗਾ, ਪਰ ਕਿਸ ਕਾਸਟ ਤੇ, ਇਹ ਵੀ ਬਹੁਤ ਇੰਪੋਰਟੈਂਟ ਗੱਲ ਹੈ। ਫਿਰ ਸਵਾਲ ਆਉਂਦਾ ਇਸ ਦੇ ਇਫੈਕਟ ਕੀ ਹੋਣਗੇ, ਇਸ ਦੇ ਗਲੋਬਲ ਇਫੈਕਟ ਕੀ ਹੋਣਗੇ ਤੇ ਇਸਦੇ ਕੀ ਸੋਲੂਸ਼ਨ ਹੋ ਸਕਦੇ ਨੇ, ਉਸ ਬਾਰੇ ਗੱਲ ਕਰਾਂਗੇ ਬਾਅਦ ਵਿੱਚ। ਪਰ ਉਸ ਤੋਂ ਪਹਿਲਾਂ ਜਾਣਾਂਗੇ ਥੋੜੀ ਡਿਟੇਲ ਵਿੱਚ ਕਿ ਫਲਸਤੀਨ ਦਾ ਰੌਲਾ ਕੀ ਹੈ। ਜਿਵੇਂ ਅਕਸਰ ਸੁਣਨ ਚ ਆਉਂਦਾ ਹੈ ਜਦੋਂ ਆਪਾਂ ਹਿਸਟਰੀ ਦਾ ਅਧਿਐਨ ਕਰੀਦਾ ਹੈ, ਅਲੱਗ-ਅਲੱਗ ਰਾਜਾਂ ਦੀਆਂ ਹਿਸਟਰੀ 'ਚ ਆਪਾਂ ਜੇ ਨਿਗਾਹ ਮਾਰੀਏ ਤਾਂ ਬਹੁਤ ਸਾਰੀਆਂ ਲੜਾਈਆਂ ਹੋਈਆਂ ਤੇ ਉਹਨਾਂ ਬਹੁਤ ਲੜਾਈਆਂ ਵਿੱਚੋਂ ਚਾਹੇ ਉਹ ਧਰਮ ਦੀਆਂ ਲੜਾਈਆਂ ਹੋਣ, ਚਾਹੇ ਉਹ ਅਲੱਗ-ਅਲੱਗ ਰਾਜਾਂ ਦੀਆਂ ਲੜਾਈਆਂ ਹੋਣ, ਉਹਨਾਂ ਵਿੱਚ ਬਹੁਤ ਜ਼ਿਆਦਾ ਲੜਾਈਆਂ ਤਾਂ ਜ਼ਮੀਨਾਂ ਕਰਕੇ ਹੀ ਹੋਈਆਂ। ਤੇ ਫਲਸਤੀਨ ਤੇ ਇਜ਼ਰਾਈਲ ਦਾ ਰੌਲਾ ਵੀ ਮਿੱਤਰੋ ਜ਼ਮੀਨ ਦਾ ਹੀ ਹੈ। ਦੋਸਤੋ, ਜੋ ਅੱਜ ਦਾ ਇਜ਼ਰਾਈਲ ਹੈ ਨਾ, ਇਹ ਕਿਸੇ ਵੇਲੇ ਫਲਸਤੀਨ ਯਾਨੀ ਕਿ ਫਲਸਤੀਨ ਲੋਕਾਂ ਦਾ ਹੁੰਦਾ ਸੀ, ਪਰ ਉਸ ਤੋਂ ਵੀ ਪਹਿਲਾਂ ਇੱਥੇ ਵੱਖਰੀਆਂ ਤਾਕਤਾਂ ਦਾ ਰਾਜ ਰਿਹਾ ਹੈ। ਜੇ ਆਪਾਂ ਗੱਲ 1000-2000 ਸਾਲ ਦੀ ਕਰੀਏ, ਪਰ ਜੇ ਆਪਾਂ 100-200 ਸਾਲ ਇਤਿਹਾਸ ਦੀ ਜੇ ਗੱਲ ਕਰੀਏ ਤਾਂ ਯਹੂਦੀ ਲੋਕ ਯਾਨੀ ਕਿ ਜਿਊਸ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹ ਯੂਰਪ ਦੇ ਵੱਖਰੇ ਦੇਸ਼ਾਂ ਵਿੱਚ ਸੀ, ਅਮਰੀਕਾ ਵਿੱਚ ਸੀ ਤੇ ਹੋਰ ਅਲੱਗ-ਅਲੱਗ ਦੇਸ਼ਾਂ ਵਿੱਚ ਸੀ। ਇਹ ਹਾਈ ਇਨਕਮ ਜੌਬ ਵਿੱਚ ਸੀ ਕਿਉਂਕਿ ਇਹ ਯਹੂਦੀ ਲੋਕ ਜੋ ਹੁੰਦੇ ਨੇ ਬਹੁਤ ਹੀ ਜ਼ਿਆਦਾ ਮਿਹਨਤੀ, ਦੂਰਅੰਦੇਸ਼ੀ ਸੋਚ ਵਾਲੇ ਤੇ ਗਿਆਨ ਤੇ ਕਿਤਾਬਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਜਿਸ ਕਾਰਨ ਸਾਇੰਸ, ਟੈਕਨੋਲੋਜੀ, ਬੈਂਕਿੰਗ ਸੈਕਟਰ ਵਿੱਚ ਇਹ ਜ਼ਿਆਦਾ ਕੰਮ ਕਰਦੇ ਨੇ, ਜਿਸ ਕਰਕੇ ਇਹ ਹਮੇਸ਼ਾ ਹੀ ਤਰੱਕੀ 'ਚ ਰਹਿੰਦੇ ਨੇ, ਚਾਹੇ ਗੱਲ ਪਾਸਟ ਦੀ ਹੋਵੇ ਜਾਂ ਹੁਣ ਪ੍ਰੈਜ਼ੈਂਟ ਦੀ ਹੋਵੇ। ਤਾਂ ਹੀ ਤਾਂ ਇਜ਼ਰਾਈਲ ਵਾਲੇ ਹਰੇਕ ਕੰਮ 'ਚ ਅੱਗੇ ਨੇ, ਚਾਹੇ ਉਹ ਐਗਰੀਕਲਚਰ ਹੋਵੇ, ਟੈਕਨੋਲੋਜੀ ਹੋਵੇ ਜਾਂ ਕੋਈ ਵੀ ਕੰਮ। ਤੇ ਕਿਉਂਕਿ ਯੂਰਪ 'ਚ ਇਹ ਵੱਖਰੇ ਦੇਸ਼ਾਂ ਵਿੱਚ ਰਹਿ ਰਹੇ ਸੀ ਤੇ ਬਹੁਤ ਹੀ ਹਾਈ ਇਨਕਮ ਤੇ ਸੀ, ਤੇ ਜਦੋਂ ਯੂਰਪ ਦੇ ਦੇਸ਼ਾਂ ਦੀ ਇਹ ਇੰਡਸਟਰੀਅਲ ਰੈਵੋਲੂਸ਼ਨ ਹੋ ਰਹੀ ਸੀ ਤਾਂ ਉਸ ਵਿੱਚ ਇਹ ਬਹੁਤ ਵੱਡਾ ਯੋਗਦਾਨ ਪਾ ਰਹੇ ਸੀ ਤੇ ਉਹੀ ਕੰਮ ਇਹ ਅਮਰੀਕਾ ਵਿੱਚ ਵੀ ਕਰ ਰਹੇ ਸੀ। ਤੇ ਇਸੇ ਕਰਕੇ ਹੀ ਅਮਰੀਕਾ ਇਹਨਾਂ ਦਾ ਬਹੁਤ ਵੱਡਾ ਅਲਾਈ ਹੈ, ਜਿਸ ਕਰਕੇ ਹੋਇਆ ਕਿ ਵਰਲਡ ਵਾਰ 1 ਹੋਇਆ, ਫਿਰ ਵਰਲਡ ਵਾਰ 2 ਹੋਇਆ। ਤੇ ਜਦੋਂ ਫਿਰ ਹਿਟਲਰ ਦੀ ਨਾਜ਼ੀ ਆਰਮੀ ਯਹੂਦੀ ਲੋਕਾਂ ਦਾ ਮਾਸ ਜੈਨੋਸਾਈਡ ਕਰਨ ਲੱਗ ਗਈ ਤੇ ਫਿਰ ਬਹੁਤ ਵੱਡੀ ਗਿਣਤੀ ਵਿੱਚ ਯਹੂਦੀ ਲੋਕ ਫਿਰ ਫਲਸਤੀਨ ਵੱਲ ਜਾਣ ਲੱਗ ਗਏ। ਤੇ ਫਿਰ ਸਵਾਲ ਆਉਂਦਾ ਹੈ, ਇਹਨਾਂ ਨੇ ਆਪਦਾ ਦੇਸ਼ ਫਲਸਤੀਨ ਹੀ ਕਿਉਂ ਚੁਣਿਆ? ਆਓ ਜਾਣਦੇ ਹਾਂ ਇਸ ਬਾਰੇ। ਕਿਉਂਕਿ ਦੇਸ਼ ਤਾਂ ਕ੍ਰਿਸਚਨ ਦੇ ਵੀ ਬਹੁਤ ਸੀ, ਜਿਵੇਂ ਆਸਟ੍ਰੇਲੀਆ ਹੋ ਗਿਆ, ਨਿਊਜ਼ੀਲੈਂਡ ਹੋ ਗਿਆ, ਆਪਣਾ USA ਹੋ ਗਿਆ, ਕੈਨੇਡਾ ਹੋ ਗਿਆ ਤੇ ਹੋਰ ਕਿੰਨੇ ਦੇਸ਼ ਸੀ, ਪਰ ਇਹਨਾਂ ਨੇ ਫਲਸਤੀਨ ਹੀ ਕਿਉਂ ਚੁਣਿਆ? ਤੇ ਉਸ ਦਾ ਬਹੁਤ ਹੀ ਇੱਕ ਵੱਡਾ ਕਾਰਨ ਹੈ, ਉਹ ਹੈ ਰਿਲੀਜੀਅਸ, ਜੋ ਕਿ ਇਹਨਾਂ ਦਾ ਰਿਲੀਜਨ ਹੈ ਜੂਡਿਜ਼ਮ। ਉਹਨਾਂ ਦਾ ਇੱਕ ਗ੍ਰੰਥ ਹੈਬਰੂ ਬਾਈਬਲ ਵਿੱਚ ਇਹਨਾਂ ਦਾ ਜ਼ਿਕਰ ਆਉਂਦਾ ਹੈ। ਤੇ ਫਲਸਤੀਨ ਤੇ ਇਸਲਾਮਿਕ ਲੋਕਾਂ ਤੋਂ ਪਹਿਲਾਂ ਬਹੁਤ ਤਾਕਤਾਂ ਦਾ ਰਾਜ ਸੀ। ਤੇ ਉਸ ਤੋਂ ਵੀ ਪਹਿਲਾਂ ਜੇ ਆਪਾਂ ਇਤਿਹਾਸ ਵਿੱਚ ਨਿਗਾਹ ਮਾਰੀਏ ਤਾਂ ਲਗਭਗ 731 BC ਵਿੱਚ ਇੱਕ ਕਿੰਗ ਸੁਲੇਮਾਨ ਦਾ ਰਾਜ ਹੋਇਆ, ਜੋ ਕਿ ਜੂਡਿਜ਼ਮ ਧਰਮ ਨੂੰ ਮੰਨਦਾ ਸੀ। ਤੇ ਇਸ ਦਾ ਜ਼ਿਕਰ ਹੀਬਰੂ ਬਾਈਬਲ ਵਿੱਚ ਵੀ ਹੁੰਦਾ ਹੈ, ਜਿਸ ਨੇ ਕਿ ਜਰੂਸਲਮ ਵਿੱਚ ਇੱਕ ਬਹੁਤ ਹੀ ਵੱਡਾ ਇੱਕ ਟੈਂਪਲ ਬਣਾਇਆ ਸੀ। ਤੇ ਉਹ ਟੈਂਪਲ ਜੋ ਕਿ ਜਰੂਸਲਮ ਵਿੱਚ ਹੈ, ਤੇ ਇਸ ਕਰਕੇ ਜਰੂਸਲਮ ਦੀ ਸਿਟੀ, ਚਾਹੇ ਉਹ ਜੂਇਸ਼ ਲੋਕ ਹੋਣ, ਕ੍ਰਿਸਚੀਅਨ ਹੋਣ ਜਾਂ ਇਹ ਅਰਬ ਦੇ ਲੋਕ ਹੋਣ, ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਸੀਕ੍ਰੀਟ ਸਿਟੀ ਹੈ। ਹਾਲਾਂਕਿ ਹੋਣ ਵਾਲੇ ਜੇ ਆਪਾਂ ਜਰੂਸਲਮ ਦੀ ਗੱਲ ਕਰੀਏ, ਉਹ ਦੋਨਾਂ ਵਿਚਾਲੇ ਵੰਡਿਆ ਹੋਇਆ, ਉਹ ਫਲਸਤੀਨ ਤੇ ਇਜ਼ਰਾਈਲ ਦੇ ਲੋਕਾਂ ਵਿਚਾਲੇ ਵੰਡਿਆ ਹੋਇਆ ਹੈ। ਤੇ ਇਸ ਰਾਜੇ ਨੇ ਫਿਰ ਲਗਭਗ 40 ਸਾਲ ਰਾਜ ਕੀਤਾ ਤੇ ਇਹ ਇਜ਼ਰਾਈਲ ਤੇ ਇਹਨਾਂ ਨੇ ਰਾਜ ਕੀਤਾ। ਤੇ ਫਿਰ ਹੌਲੀ-ਹੌਲੀ ਹੋਰ ਤਾਕਤਾਂ ਦਾ ਰਾਜ ਆਇਆ ਤੇ ਫਿਰ ਓਟੋਮਨ ਅੰਪਾਇਰ ਦਾ ਰਾਜ ਆਇਆ, ਤੇ ਫਿਰ ਹੌਲੀ-ਹੌਲੀ ਹੁੰਦਾ ਫਿਰ ਤੇ ਜਿਵੇਂ ਯੂਰਪ ਤੋਂ ਨਿਕਲ ਕੇ ਫਿਰ ਇਹ ਫਲਸਤੀਨ ਵੱਲ ਵਧਦੇ ਗਏ। ਤੇ ਫਿਰ ਫਲਸਤੀਨ ਵਾਲੇ ਫਿਰ ਜਿਵੇਂ ਫਲਸਤੀਨ ਵੱਲ ਜਾ ਰਹੇ ਸੀ, ਇਹਨਾਂ ਨੇ ਫਿਰ ਐਵੇਂ ਨਹੀਂ ਕੀਤਾ ਕਿ ਇਹਨਾਂ ਨੇ ਸਿੱਧਾ ਹੀ ਵੱਢ ਟੁੱਕ ਤੇ ਆ ਗਏ ਸੀ। ਇਹਨਾਂ ਨੇ ਫਿਰ ਹੌਲੀ-ਹੌਲੀ ਇਹਨਾਂ ਨੇ, ਕਿਉਂਕਿ ਇਹਨਾਂ ਕੋਲ ਪੈਸਾ ਬਹੁਤ ਸੀ, ਦਿਮਾਗੀ ਲੋਕ ਸੀ, ਇਹਨਾਂ ਨੇ ਫਿਰ ਫਲਸਤੀਨ ਦੇ ਲੋਕਾਂ ਨੂੰ ਪੈਸੇ ਦਿੱਤੇ ਤੇ ਜ਼ਮੀਨਾਂ ਅਕਵਾਇਰ ਕੀਤੀਆਂ। ਤੇ ਵੱਡੇ ਲੈਵਲ ਤੇ ਜਦੋਂ ਇਹ ਜ਼ਮੀਨਾਂ
ਜ਼ਮੀਨਾਂ ਲੈਂਦੇ ਗਏ ਤੇ ਹੌਲੀ ਹੌਲੀ ਫਿਰ ਇਹ ਉਹ ਦੇਸ਼ ਵਿੱਚ ਤਾਕਤ ਫੜਦੇ ਗਏ। ਤੇ ਆਹ ਦੇਖ ਲਓ ਇਹਨਾਂ ਦਾ ਮੈਪ, ਹੌਲੀ ਹੌਲੀ ਫਿਰ ਇਹ ਤਾਕਤ ਫੜਦੇ ਗਏ ਤੇ ਫਿਰ ਵਰਲਡ ਵਾਰ 1 ਹੋਇਆ ਤੇ ਐਂਗਲੋ ਤੁਰਕਿਸ਼ ਵਾਰ ਹੋਈਆਂ, ਬਹੁਤ ਸਾਰੀਆਂ ਲੜਾਈਆਂ ਹੋਈਆਂ ਬ੍ਰਿਟਿਸ਼ ਲੋਕਾਂ ਦੀਆਂ, ਬ੍ਰਿਟੇਨ, ਫਰਾਂਸ, ਜਰਮਨੀ ਤੇ ਹੋਰ ਸਾਰੀ ਕੰਟਰੀਜ਼ ਦੀਆਂ ਬਹੁਤ ਲੜਾਈਆਂ ਹੋਈਆਂ, ਜਿਸ ਵਿੱਚ ਇਹਨਾਂ ਨੇ ਆਟੋਮਨ ਅੰਪਾਇਰ ਨੂੰ ਹਰਾ ਦਿੱਤਾ ਸੀ। ਤੇ ਉਸ ਵਿੱਚ ਫਿਰ ਐਜ਼ ਅ ਰਿਜ਼ਲਟ ਕੀ ਹੋਇਆ ਤੇ ਫਿਰ ਉਸ ਦਾ ਨਤੀਜਾ ਕੀ ਹੋਇਆ, ਤਾਂ ਉਹਨਾਂ ਨੇ ਫਿਰ ਇੱਕ ਐਗਰੀਮੈਂਟ ਪਾਸ ਕੀਤਾ 1916 ਵਿੱਚ। ਉਹਨਾਂ ਨੇ ਇੱਕ ਐਗਰੀਮੈਂਟ ਲੈ ਕੇ ਆਏ ਜਿਸ ਦਾ ਨਾਮ ਹੈ ਸਾਈਕਸ-ਪਿਕੋਟ ਐਗਰੀਮੈਂਟ। ਉਸ ਐਗਰੀਮੈਂਟ ਦੇ ਅਧੀਨ ਫਿਰ ਇਹਨਾਂ ਨੇ ਆਟੋਮਨ ਅੰਪਾਇਰ ਨੂੰ ਹੀ ਬ੍ਰਿਟਿਸ਼ ਤੇ ਫਰਾਂਸ ਨੇ ਆਪਸ ਵਿੱਚ ਵੰਡ ਲਿਆ ਸੀ, ਕਿ ਜਿਸ ਦੇ ਅਨੁਸਾਰ ਉਹਨਾਂ ਨੇ ਫਿਰ ਟਰਕਿਸ਼ ਦੇ ਇਲਾਕੇ ਜਿਵੇਂ ਸੀਰੀਆ ਹੋ ਗਿਆ, ਲੈਬਨਾਨ ਹੋ ਗਿਆ, ਪੈਲੇਸਤੀਨ ਹੋ ਗਿਆ, ਬ੍ਰਿਟਿਸ਼ ਤੇ ਫਰਾਂਸ ਨੇ ਫਿਰ ਇਹ ਅਲੱਗ-ਅਲੱਗ ਵੰਡ ਲਏ ਸੀ ਤੇ ਉਹਨਾਂ ਨੂੰ ਐਡਮਿਨਿਸਟਰ ਕਰਨ ਲੱਗੀ ਸੀ। ਫਿਰ ਜਿਵੇਂ ਇਹ ਹੋਰ ਵੱਧ ਗਿਣਤੀ 'ਚ ਆਉਣ ਲੱਗੇ ਤਾਂ ਫਿਰ ਇਹਨਾਂ ਨੇ ਵੀ ਫਿਰ ਇਤਰਾਜ਼ ਜਤਾਇਆ ਕਿ ਵੀ ਤੁਸੀਂ ਸਾਡੇ ਦੇਸ਼ ਵਿੱਚ ਮਤਲਬ ਐਡਮਿਨਿਸਟਰ ਕਰ ਰਹੇ ਹੋ, ਤੁਸੀਂ ਸਾਡੇ ਦੇਸ਼ ਦੀ ਦੇਖ ਕਰ ਰਹੇ ਹੋ ਤੇ ਤੁਹਾਡੀ ਮਨਜ਼ੂਰੀ ਵਿੱਚ ਹੀ ਇਹ ਇਜ਼ਰਾਈਲ ਦੇ ਲੋਕ, ਯਹੂਦੀ ਦੇ ਲੋਕ ਸਾਡੀਆਂ ਜ਼ਮੀਨਾਂ ਲੈ ਰਹੇ ਨੇ। ਫਿਰ ਉਹਨਾਂ ਨੇ ਵੀ ਇਹੀ ਕਿਹਾ ਸੀ ਵੀ ਤੁਸੀਂ ਜ਼ਮੀਨਾਂ ਵੇਚ ਹੀ ਕਿਉਂ ਰਹੇ ਹੋ, ਤੇ ਉਹੀ ਕੰਮ ਸਾਡੇ ਪੰਜਾਬ 'ਚ ਹੋ ਰਿਹਾ ਹੈ। ਤੇ ਆਪਣੇ ਪੰਜਾਬੀ ਪਹਿਲਾਂ ਜ਼ਮੀਨਾਂ ਵੇਚ ਕੇ ਪੰਜਾਬ ਦੀਆਂ ਬਾਹਰ ਭੱਜ ਜਾਂਦੇ ਨੇ, ਕੈਨੇਡਾ ਅਮਰੀਕਾ ਭੱਜ ਜਾਂਦੇ ਨੇ। ਫਿਰ ਉੱਥੇ ਜਾ ਕੇ ਇਹਨਾਂ ਨੂੰ ਫਿਰ ਪੰਜਾਬ ਦੀਆਂ ਜ਼ਮੀਨਾਂ ਦੀ ਯਾਦ ਆਉਂਦੀ ਹੈ ਕਿ ਇੱਥੇ ਤੇ ਫਿਰ ਅਦਰ ਸਟੇਟ ਦੇ ਲੋਕ ਆ ਜਾਣਗੇ ਵੀ ਤੁਸੀਂ ਬਾਹਰ ਜਾਓ ਹੀ ਨਾ ਯਾਰ, ਫਿਰ ਤੁਸੀਂ ਇੱਥੇ ਰਹਿ ਕੇ ਕੰਮ ਕਰ ਲਓ, ਇਸ ਨੂੰ ਪੰਜਾਬ ਦਾ ਇੰਨਾ ਫਿਕਰ ਹੈ। ਖੈਰ ਹੋਰ ਵੀਡੀਓ 'ਚ ਗੱਲ ਕਰਾਂਗੇ ਇਸ ਬਾਰੇ। ਹੁਣ ਵਾਪਸ ਆਉਂਦੇ ਉਸ ਵੀਡੀਓ ਤੇ। ਫਿਰ ਜਿਵੇਂ ਇਹਨਾਂ ਦੀ ਗਿਣਤੀ ਵੱਧਦੀ ਗਈ ਤੇ ਫਿਰ ਵਰਲਡ ਵਾਰ 2 ਹੋਇਆ ਤੇ ਜਿਵੇਂ ਫਿਰ ਬਹੁਤ ਵੱਡੇ ਲੈਵਲ ਤੇ ਇਹਨਾਂ ਦਾ ਨੁਕਸਾਨ ਹੋਇਆ, ਜਰਮਨੀ ਦਾ ਵੀ ਨੁਕਸਾਨ ਹੋਇਆ ਤੇ ਜਿਵੇਂ ਬ੍ਰਿਟਿਸ਼ ਦੀਆਂ ਅਲੱਗ-ਅਲੱਗ ਕਲੋਨੀਆਂ ਸੀਆਂ ਤੇ ਵਰਲਡ ਵਾਰ 2 ਤੋਂ ਬਾਅਦ ਇਹਨਾਂ ਕੋਲ ਇੰਨੀ ਕੈਪੈਸਿਟੀ ਨਹੀਂ ਬਚੀ ਸੀ ਕਿ ਉਹ ਕਲੋਨੀਆਂ ਨੂੰ ਕੰਟਰੋਲ ਹੀ ਕਰ ਲਏ। ਇਸ ਕਰਕੇ ਇਹ ਆਟੋਮਨ ਅੰਪਾਇਰ ਨੂੰ ਕੰਟਰੋਲ ਕਰ ਰਹੇ ਸੀ। ਇਹ ਸਾਰਾ ਕੰਟਰੋਲ ਫਿਰ ਯੂਐਸ ਕੋਲ ਜਾਂਦਾ ਹੈ ਤੇ ਫਿਰ ਯੂਐਸ ਇਹਨਾਂ ਨੂੰ ਦੇਸ਼ ਦੀ ਮਾਨਤਾ ਦਿੰਦਾ ਹੈ, ਇੱਕ ਸਟੇਟ ਹੋਣ ਦੀ ਮਾਨਤਾ ਦਿੰਦਾ ਹੈ ਤੇ ਫਿਰ ਇਹ ਦੇਸ਼ ਆਜ਼ਾਦ ਹੁੰਦਾ ਹੈ। ਤੇ ਫਿਰ ਹੌਲੀ ਕਰਦੇ ਬਹੁਤ ਇਹਨਾਂ ਦੇ ਯੁੱਧ ਹੁੰਦੇ ਨੇ ਇਹਨਾਂ ਦੀਆਂ ਨੇਬਰਿੰਗ ਸਟੇਟਸ ਨਾਲ, ਫਲਸਤੀਨ ਦੇ ਲੋਕਾਂ ਨਾਲ। ਪਰ ਇਹ ਹਮੇਸ਼ਾ ਜੇਤੂ ਰਿਹਾ ਹੈ ਕਿ ਇਹ ਦਿਮਾਗੀ ਸੀ, ਕਿਉਂਕਿ ਇਹ ਦਿਮਾਗੀ ਬੰਦੇ ਸੀ, ਇਹ ਵੱਡੀ ਸੋਚ ਨਾਲ ਚੱਲਦੇ ਸੀ ਤੇ ਮਿਹਨਤੀ ਸੀ, ਗਿਆਨ ਦੀ ਪਾਵਰ ਨਾਲ ਚੱਲਦੇ ਸੀ। ਇਸ ਕਰਕੇ ਇਹ ਛੇਤੀ ਤਰੱਕੀ ਕਰ ਗਏ ਤੇ ਹਮੇਸ਼ਾ ਇਹਨਾਂ ਨੇ ਫਿਰ ਜਿਹੜੇ ਵੀ ਇਹਨਾਂ ਦੇ ਅਟੈਕ ਹੋਏ ਉਹਨਾਂ ਤੇ ਹਮੇਸ਼ਾ ਹੀ ਜੇਤੂ ਰਹੇ ਨੇ। ਤੇ ਦੋਸਤੋ ਇਹ ਮੈਪ ਧਿਆਨ ਨਾਲ ਦੇਖੋ ਤੇ ਫਲਸਤੀਨ ਦੇ ਲੋਕਾਂ ਦਾ ਖਦਸ਼ਾ ਇਹ ਹੈ ਕਿ ਫਲਸਤੀਨ ਪਹਿਲਾਂ ਸਾਡੇ ਮਤਲਬ ਇਸਲਾਮ ਵਾਲੇ ਲੋਕਾਂ ਦਾ ਸੀ ਤੇ ਹੌਲੀ ਇਹ ਯਹੂਦੀ ਲੋਕ ਆਏ ਤੇ ਇਹਨਾਂ ਨੇ ਇਸ ਦੇਸ਼ ਤੇ ਕਬਜ਼ਾ ਕਰ ਲਿਆ। ਪਰ ਅਸਲੀਅਤ ਇਹ ਹੈ ਕਿ ਇਹਨਾਂ ਨੇ ਪਹਿਲਾਂ ਇਹ ਪੈਸੇ ਦੇ ਕੇ ਆਏ, ਇਹਨਾਂ ਨੇ ਪੈਸੇ ਦੇ ਕੇ ਜ਼ਮੀਨਾਂ ਲਈਆਂ, ਫਿਰ ਆਪਣੀ ਮਿਹਨਤ ਕੀਤੀ ਤੇ ਫਿਰ ਯੁੱਧ ਹੋਏ ਤੇ ਯੁੱਧ ਜਿੱਤੇ। ਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਆਟੋਮਨ ਅੰਪਾਇਰ ਤੋਂ ਪਹਿਲਾਂ ਵੀ ਤਾਂ ਵੱਖੋ-ਵੱਖਰੀ ਤਾਕਤਾਂ ਨੇ ਰਾਜ ਕੀਤਾ। ਉਸ ਤੋਂ ਪਹਿਲਾਂ ਵੀ ਤਾਂ ਕਿਸ ਸਮੇਂ ਯਹੂਦੀ ਲੋਕਾਂ ਦਾ ਰਾਜ ਸੀਗਾ ਹੀ, ਉਸ ਤੋਂ ਪਹਿਲਾਂ ਵੀ ਤਾਂ ਯਹੂਦੀ ਲੋਕਾਂ ਦਾ ਹੀ ਰਾਜ ਸੀ। ਸੋ ਇਸੇ ਕਰਕੇ ਇਜ਼ਰਾਈਲ ਹਮੇਸ਼ਾ ਹੀ ਡਿਫੈਂਡ ਵਿੱਚ ਕਹਿੰਦਾ ਹੈ ਕਿ ਸਾਡਾ ਹੋਮਲੈਂਡ ਹੀ ਇਜ਼ਰਾਈਲ ਹੈ। ਤੇ ਜਿਸ ਕਰਕੇ ਇਹਨਾਂ ਦੇ ਨੇਬਰਿੰਗ ਕੰਟਰੀਜ਼ ਫਿਰ ਇਹ ਆਟੋਮਨ ਅੰਪਾਇਰ ਹੋਣ ਕਰਕੇ ਇਹਨਾਂ ਦਾ ਹਮੇਸ਼ਾ ਹੀ ਲੜਦੇ ਆ ਰਹੇ ਨੇ। ਪਰ ਇਹ ਜੋ ਹਮਾਸ ਦਾ ਅਟੈਕ ਹੋਇਆ ਰੀਸੈਂਟਲੀ, ਇਹ ਬਹੁਤ ਹੀ ਵੱਡੇ ਲੈਵਲ ਤੇ ਹੋਇਆ ਹੈ ਤੇ ਹਮਾਸ ਦੀ ਆਰਗੇਨਾਈਜੇਸ਼ਨ ਨੂੰ ਤਾਂ ਬਹੁਤ ਹੀ ਵੱਡੀ ਤਾਕਤਾਂ ਨੇ, ਬਹੁਤ ਵੱਡੇ ਦੇਸ਼ਾਂ ਨੇ ਇਸ ਨੂੰ ਆਲਰੇਡੀ ਹੀ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਹੋਇਆ ਹੈ। ਤੇ ਇਸ ਨੂੰ ਤੁਸੀਂ ਸਿੰਪਲ ਹੀ ਦੇਖ ਲਓ ਤੇ ਜੋ ਤੁਹਾਨੂੰ ਇਹ ਹਰੇ ਰੰਗ ਦਾ ਇਜ਼ਰਾਈਲ ਦਾ ਮੈਪ ਦਿਖ ਰਿਹਾ ਨਾ, ਤੇ ਇਸ ਤੋਂ ਹੀ ਪਤਾ ਲੱਗਦਾ ਇਹਨਾਂ ਦੀ ਮਨਸ਼ਾ ਕੀ ਹੈ, ਕਿ ਇਹ ਇਜ਼ਰਾਈਲ ਦੇ ਲੋਕਾਂ ਨੂੰ ਖਤਮ ਹੀ ਕਰਨਾ ਚਾਹੁੰਦੇ ਨੇ। ਤੇ ਵੈਸੇ ਇਹੀ ਗੱਲ ਇਹ ਆਪਣੇ ਭਾਰਤ ਵਿੱਚ ਹੁੰਦੀ ਹੈ ਤੇ ਭਾਰਤ ਵਿੱਚ ਵੀ ਇਸਲਾਮ ਵਾਲੇ ਆਹੀ ਕਰਨ ਫਿਰਦੇ ਨੇ, ਯਾਨੀ ਕਿ ਗਜ਼ਵਾ ਹਿੰਦੂ ਬਣਾਉਣ ਨੂੰ ਫਿਰਦੇ ਨੇ। ਸੋ ਆਈਦਰ ਔਰ ਵਿੱਚ ਜਾਵਾਂਗੇ, ਜਾਂ ਤਾਂ ਫਿਰ ਯਹੂਦੀ ਲੋਕ ਹੀ ਰਾਜ ਕਰਨਗੇ ਇਜ਼ਰਾਈਲ ਤੇ ਜਾਂ ਫਿਰ ਫਲਸਤੀਨ ਦੇ ਲੋਕ ਹੀ ਕਰਨਗੇ। ਤੇ ਦੋਨੋਂ ਕੇਸ ਦੇ ਵਿੱਚ ਜੇ ਫਲਸਤੀਨ ਦੇ ਲੋਕ ਇਸ ਵੇ ਵੱਲ ਵਧਦੇ ਨੇ ਤਾਂ ਨੁਕਸਾਨ ਇਹਨਾਂ ਦਾ ਬਹੁਤ ਹੀ ਜ਼ਿਆਦਾ ਹੋਵੇਗਾ ਤੇ ਇਨੋਸੈਂਟ ਲੋਕ ਬਹੁਤ ਹੀ ਜ਼ਿਆਦਾ ਮਰਨਗੇ। ਜਾਂ ਇੱਕ ਸੋਲੂਸ਼ਨ ਹੋਰ ਹੁੰਦਾ ਹੈ ਜਿਸ ਨੂੰ ਇਹ ਪੀਸਫੁਲ ਸੋਲੂਸ਼ਨ ਵੀ ਕਿਹਾ ਜਾਂਦਾ ਹੈ। 2 ਸਟੇਟ ਥਿਊਰੀ ਦਾ ਕਨਸੈਪਟ ਹੈ ਕਿ ਵੈਸਟ ਬੈਂਕ ਹੈ, ਗਾਜ਼ਾ ਸਟ੍ਰਿਪ ਹੈ, ਉਹਨਾਂ ਦੇ ਇੱਕ ਅਲੱਗ ਦੇਸ਼ ਬਣ ਜੇ ਤੇ ਇਜ਼ਰਾਈਲ ਇੱਕ ਅਲੱਗ ਦੇਸ਼ ਬਣ ਜੇ। ਪਰ ਇਹ ਹੋਣ ਵਿੱਚ ਟਾਈਮ ਲੱਗੇਗਾ ਕਿ ਹੁਣ ਇਹ ਵਕਤ ਹੀ ਦੱਸੇਗਾ ਕੀ ਹੁੰਦਾ ਹੈ, ਕਿ ਇਹ ਪੀਸਫੁਲ ਸੋਲੂਸ਼ਨ ਵੱਲ ਵਧਣਗੇ ਜਾਂ ਫਿਰ ਇਹ ਵਾਰ ਬਹੁਤ ਹੀ ਜ਼ਿਆਦਾ ਲੰਬੀ ਚੱਲੇਗੀ, ਇਹ ਵਕਤ ਹੀ ਦੱਸੇਗਾ। ਤੇ ਜੇ ਆਪਾਂ ਵਾਲ ਸਟਰੀਟ ਜਰਨਲ ਦੀ ਜੇ ਆਪਾਂ ਗੱਲ ਕਰੀਏ, ਉਹਨਾਂ ਨੇ ਇਹ ਕਿਹਾ ਹੈ ਕਿ ਇਸ ਹਮਾਸ ਦੇ ਅਟੈਕ ਦੇ ਪਿੱਛੇ ਈਰਾਨ ਦੇ ਲੋਕਾਂ ਦਾ ਵੀ ਹੱਥ ਹੋ ਸਕਦਾ ਹੈ, ਯਾਨੀ ਕਿ ਈਰਾਨ ਦੇ ਗਵਰਨਮੈਂਟ ਦਾ ਵੀ ਹੱਥ ਹੋ ਸਕਦਾ ਹੈ। ਤੇ ਜੇ ਇਹ ਪ੍ਰੂਵ ਹੁੰਦਾ ਹੈ, ਜੇ ਇਸ ਦੇ ਪਿੱਛੇ ਠੋਸ ਸਬੂਤ ਮਿਲਦੇ ਨੇ ਕਿ ਵਾਕਈ ਜੇ ਈਰਾਨ ਦੀ ਗਵਰਨਮੈਂਟ ਦਾ ਹੱਥ ਸੀ ਤੇ ਈਰਾਨ ਵਾਲੀ ਸਪੋਰਟ ਕਰਦੇ, ਤੇ ਯੁੱਧ ਬਹੁਤ ਲੰਬਾ ਚੱਲਦਾ ਹੈ ਤੇ ਹਾਲਾਂਕਿ ਤੇ ਅਮਰੀਕਾ ਤਾਂ ਪਹਿਲੇ ਹੀ ਇਸ ਦੀ ਸਪੋਰਟ ਵਿੱਚ ਉਤਰ ਗਿਆ ਹੈ ਤੇ ਉਸ ਦੇ ਨਾਲ ਈਰਾਨ ਹੋ ਗਿਆ ਤੇ ਹੋਰ ਮੁਸਲਿਮ ਕੰਟਰੀਆਂ ਵੀ ਉਤਰਦੀਆਂ ਨੇ ਹਮਾਸ ਦੀ ਹੈਲਪ ਕਰਨ ਵਿੱਚ, ਤਾਂ ਫਿਰ ਤਾਂ ਇਹ ਸਿੱਧਾ ਵਰਲਡ ਵਾਰ 3 ਹੀ ਹੈ। ਤੇ ਬਾਕੀ ਤੁਸੀਂ ਕਿਵੇਂ ਸੋਚਦੇ ਹੋ, ਤੁਸੀਂ ਕਿਸ ਦੇ ਪੱਖ 'ਚ ਹੋ ਤੇ ਤੁਸੀਂ ਕਿਵੇਂ ਇਸ ਇਜ਼ਰਾਈਲ ਤੇ
ਫਿਲਿਸਤੀਨ ਦੇ ਕਨਫਲਿਕਟ ਨੂੰ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਇਨਫੋਰਮੇਟਿਵ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰੋ ਤੇ ਸ਼ੇਅਰ ਕਰੋ।